ਕਾਕਾ ਬੈ ਬੈ ਥੱਲੇ ਬੈ। ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਜਥੇਬੰਦੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਮਹਾਰਾਜ ਤੁਹਾਡੀ ਉਮਰ ਲੰਬੀ ਕਰੇ, ਤੁਹਾਨੂੰ ਖੁਸ਼ੀਆਂ ਦੇਵੇ, ਚੜ੍ਹਦੀਆਂ ਕਲਾਂ 'ਚ ਰੱਖੇ। ਤੁਸੀਂ ਅੱਗੇ ਹੋ ਕੇ ਸਾਰੇ ਪੰਜਾਬ ਦਾ ਸਿਰ ਉੱਚਾ ਕੀਤਾ, ਤੁਹਾਨੂੰ ਬਹੁਤ ਬਹੁਤ ਵਧਾਈ। ਦੂਜੀ ਵਧਾਈ ਸਾਰੀਆਂ ਮਾਤਾਵਾਂ ਨੂੰ, ਭੈਣਾਂ ਨੂੰ, ਧੀਆਂ ਨੂੰ, ਬਜ਼ੁਰਗਾਂ ਨੂੰ, ਮੇਰੇ ਬੱਚਿਆਂ ਨੂੰ, ਖਾਸ ਕਰ ਨੌਜਵਾਨਾਂ ਨੂੰ। ਤੁਸੀਂ ਉਹ ਮਿਸਾਲ ਪੈਦਾ ਕੀਤੀ ਹੈ ਜਿਹਦੀ ਉਡੀਕ ਮੈਨੂੰ 40 ਸਾਲ ਤੋਂ ਰਹੀ ਕਿ ਜਦ ਮੈਂ ਪੰਜਾਬ ਦੀ ਜਵਾਨੀ ਦੇਖਦਾ ਸੀ ਤਾਂ ਕਈ ਵਾਰੀ ਅੱਖਾਂ 'ਚੋਂ ਹੰਝੂ ਆ ਜਾਂਦੇ ਸੀ ਤੇ ਅਕਾਲ ਪੁਰਖ ਮਹਾਰਾਜ ਨੂੰ ਕਹਿਣਾ, ਸੱਚੇ ਪਾਤਸ਼ਾਹ ਇਹ ਪੰਜਾਬ ਦੀ ਧਰਤੀ ਨੂੰ ਨਜ਼ਰ ਤਾਂ ਬਹੁਤ ਲੱਗੀ ਹੈ, ਪਰ ਐਤਕੀ ਨਜ਼ਰ ਕੋਈ ਲੰਬੀ ਹੋ ਗਈ। ਲੇਕਿਨ ਤੁਹਾਨੂੰ ਦੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਪੰਜਾਬ ਦੀ ਧਰਤੀ ਵੱਲ ਕੋਈ ਹੁਣ ਅੱਖ ਪੱਟ ਕੇ ਨਹੀਂ ਦੇਖ ਸਕਦਾ। ਅੰਦੋਲਨ ਚਲਾਉਣੇ, ਅੰਦੋਲਨ ਕਰਨੇ ਹੱਕਾਂ ਦੀ ਲੜਾਈ ਹੈ। 1909 ਦੇ ਵਿੱਚ ਅੰਦੋਲਨ ਹੋਇਆ। ਭਗਤ ਸਿੰਘ ਜੀ ਉਦੋਂ ਪੈਦਾ ਨਹੀਂ ਸੀ ਹੋਏ। ਉਹਨਾਂ ਦੇ ਚਾਚਾ ਅਜੀਤ ਸਿੰਘ ਜੀ, ਉਹਨਾਂ ਦੇ ਪਿਤਾ ਸ਼੍ਰੀ ਕ੍ਰਿਸ਼ਨ ਸਿੰਘ ਜੀ, ਉਹਨਾਂ ਨੇ ਅੰਦੋਲਨ ਚਲਾਇਆ। ਇਹੀ ਬਿੱਲ ਆਏ ਸੀ ਔਰ ਇੱਕ ਬਿੱਲ ਉਹਨਾਂ ਨੇ ਹੋਰ ਅੰਗਰੇਜ਼ਾਂ ਨੇ ਭੇਜਿਆ ਸੀ ਕਿ ਫਸਲਾਂ ਤੇ ਟੈਕਸ ਲੱਗੇਗਾ। ਅੰਦੋਲਨ ਬਹੁਤ ਲੰਬਾ ਚੱਲਿਆ, 9 ਮਹੀਨੇ ਅੰਦੋਲਨ ਚੱਲਦਾ ਰਿਹਾ। ਟ੍ਰੇਨਾਂ ਤੇ ਲੋਕ ਪੈ ਗਏ, ਜਿੱਦਾਂ ਸ਼ੰਭੂ ਬਾਰਡਰ ਤੇ ਬੈਠੇ ਸੀ। ਗੋਰਿਆਂ ਨੇ ਟ੍ਰੇਨਾਂ ਚਲਾ ਦੀਆਂ, ਅੰਗਰੇਜ਼ਾਂ ਨੇ, ਬਹੁਤ ਲੋਕ ਸ਼ਹੀਦ ਹੋਏ। ਉਸ ਵੇਲੇ 45,000 ਤੋਂ 50,000 ਬੰਦਾ ਸ਼ਹੀਦ ਹੋਇਆ। ਅੱਜ ਇਹ ਅੰਦੋਲਨ ਦਿੱਲੀ ਤੱਕ ਗਿਆ, ਇਹਦਾ ਇੱਕ ਬਹੁਤ ਵੱਡਾ ਕਾਰਨ ਹੈ। ਉਹਦੀ ਵਧਾਈ ਸਾਰੇ ਪੰਜਾਬ ਦੇ ਲੋਕਾਂ ਨੂੰ, ਹਰਿਆਣਾ ਦੇ ਲੋਕਾਂ ਨੂੰ, ਸਾਰੇ ਦੇਸ਼ ਦੇ ਲੋਕਾਂ ਨੂੰ। ਪਰ ਮੈਨੂੰ ਯਾਦ ਹੈ, ਕਿਉਂਕਿ ਮੈਂ ਕੋਈ ਬੁਲਾਰਾ ਨਹੀਂ, ਮੈਨੂੰ ਗੁਰੂ ਘਰ ਤੋਂ ਹੁਕਮ ਹੋਇਆ, ਜੋ ਮੇਰੇ ਮਨ 'ਚ ਉਹ ਗੁਰੂ ਬੋਲਦਾ ਤੇ ਜੋ ਮੈਂ ਬੋਲ ਰਿਹਾ ਉਹ ਬਾਬਾ ਜੀ ਆਪ ਬੋਲ ਰਹੇ ਨੇ। ਮੈਨੂੰ ਕੱਖ ਨਹੀਂ ਆਉਂਦਾ। ਮੇਰਾ ਇੰਨਾ ਹੀ ਹੁਕਮ ਸੀ ਗੁਰੂ ਘਰ ਤੋਂ, ਮੈਨੂੰ ਲੱਗਿਆ ਵੀ ਜਾ ਕੇ ਪੰਜਾਬ ਦੇ ਲੋਕਾਂ ਨੂੰ ਜਗਾ। ਕੌਮ ਬੜੀ ਸੁੱਤੀ ਪਈ। ਬੜੀਆਂ ਰੈਲੀਆਂ ਮੈਂ ਕੀਤੀਆਂ। ਪਹਿਲੀ ਰੈਲੀ ਮੋਗੇ ਕੀਤੀ ਸੀ। ਨੌਜਵਾਨ ਬੰਦੇ 10 ਕੁ ਹੋਣੇ, ਉੱਥੇ ਬਜ਼ੁਰਗ ਬੈਠੇ ਸੀ, ਚਿੱਟੀਆਂ ਦਾੜੀਆਂ ਵਾਲੇ ਮੇਰੇ ਅੱਗੇ। ਤੇ ਉਹ ਬੰਦੇ ਸੋਚਦੇ ਸੀ ਪਤਾ ਨਹੀਂ ਬਾਬਾ ਕੀ ਬੋਲੀ ਜਾਂਦਾ। ਪਹਿਲਾਂ 2-3 ਰੈਲੀਆਂ ਕਰਕੇ ਵਾਪਸ ਚਲਾ ਗਿਆ ਟਾਲਾ ਸਾਹਿਬ। ਮੈਂ ਕਿਹਾ ਬਾਬਾ ਜੀ ਮੈਨੂੰ ਕਿੱਥੇ ਫਸਾ ਦਿਆ ਤੁਸੀਂ, ਇਹ ਮੇਰਾ ਕੰਮ ਹੈ, ਮੇਰੀ ਇੱਥੇ ਗੱਲ ਕੋਈ ਨਹੀਂ ਸੁਣਦਾ। ਬਾਬਾ ਜੀ ਕਹਿੰਦੇ ਬੁਲੰਦ ਆਵਾਜ਼ 'ਚ ਬੋਲ, ਜੋ ਬੋਲਣਾ ਬੋਲ, ਪ੍ਰਵਾਨ ਹੋਵੇਗਾ ਗੁਰੂ ਦਾ ਹੁਕਮ। ਬਾਬਾ ਦਰਸ਼ਨ ਸਿੰਘ ਜੀ ਕਹਿੰਦੇ। ਕਣਕਵਾਲ ਰੈਲੀ ਹੋਈ, 70,000 ਬੰਦਾ ਸੀ, 50,000 ਨੌਜਵਾਨ ਸੀ। ਮੈਨੂੰ ਬੜੀ ਖੁਸ਼ੀ ਹੋਈ। ਵਾਹ, ਮੈਂ ਪਹਿਲੀ ਵਾਰੀ ਉਧਰ ਮੇਰੀ ਸਟੇਜ ਤੇ ਅੱਖਾਂ 'ਚੋਂ ਹੰਝੂ ਆਏ ਸੀ ਖੁਸ਼ੀ ਦੇ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਕਿ ਤੂੰ ਆਪ ਵਿੱਚ ਵਰਤ ਕੇ ਜਵਾਨੀ ਪੰਜਾਬ ਦੀ ਕਾਇਮ ਕੀਤੀ। ਮੈਂ ਕੋਈ ਲੀਡਰ ਨਹੀਂ, ਕੋਈ ਸਿਆਸਤੀ ਬੰਦਾ ਨਹੀਂ, ਲੇਕਿਨ ਪੰਜਾਬ ਦੀ ਧਰਤੀ ਨਾਲ ਮੈਨੂੰ ਲੋਕ ਪੁੱਛਦੇ ਤੈਨੂੰ ਇੰਨਾ ਮੋਹ ਕਿਉਂ? ਉਹ ਇਸ ਕਰਕੇ ਕਿ ਜਦ ਮੈਂ ਆਪਣੀ ਭਰਪੂਰ ਜਵਾਨੀ ਦੇ ਵਿੱਚ ਸ਼ੂਟਿੰਗਾਂ ਕੀਤੀਆਂ ਤੇ ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ, ਮੇਰੇ ਬਜ਼ੁਰਗ, ਮੇਰੇ ਬੱਚੇ ਮੈਨੂੰ ਆਪਣੇ ਘਰ ਰੱਖ ਕੇ ਰੋਟੀ ਖਵਾਉਂਦੇ ਹੁੰਦੇ ਸੀ। ਤੇ ਜੇ ਸ਼ੂਟਿੰਗ ਦੇ ਵਿੱਚ 2-2, 4-4 ਕਿੱਲੇ ਮਿੱਧ ਦੇਣੇ ਜ਼ਿਮੀਂਦਾਰ ਨੇ, ਤੇ ਮੈਂ ਕਈ ਵਾਰੀ ਕਹਿਣਾ ਬਾਬਾ ਜੀ ਕਿੰਨੇ ਪੈਸੇ
ਤੇ ਮੈਨੂੰ ਕਹਿੰਦੇ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਤੂੰ ਸਾਡਾ ਪੁੱਤਰ ਹੈ, ਤੂੰ ਭਾਵਾਂ ਸਾਰੀ ਫਸਲ ਮਿੱਧ ਦੇ ਇਹ ਤੇਰੀ ਹੈ। ਮੈਂ ਹਰ ਪੰਜਾਬ ਦੇ ਇੱਕ ਘਰ ਦਾ ਕਰਜ਼ਦਾਰ ਹਾਂ। ਮੈਂ ਨਮਕ ਖਾਧਾ, ਮਾਵਾਂ ਨੇ ਮੈਨੂੰ ਪਿਆਰ ਦਿੱਤਾ, ਧੀਆਂ ਨੇ ਮੇਰੇ ਗੁੱਟ ਤੇ ਲੱਕੜੀਆਂ ਬੰਨੀਆਂ, ਭੈਣਾਂ ਮੇਰੇ ਬਜ਼ੁਰਗ। ਉਹ ਦਰਦ ਮੇਰੇ ਸੀਨੇ 'ਚ ਜਾਗਦਾ ਸੀ, ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਨੂੰ ਲਿਆ ਕੇ ਗੁਰੂ ਮਹਾਰਾਜ ਨੇ ਇੱਥੇ ਖੜਾ ਕਰ ਦੇਣਾ ਜਿੱਥੇ ਮੇਰੇ ਵੀ ਚਾਰ ਸ਼ਬਦ ਗੁਰੂ ਦੀ ਕਿਰਪਾ ਨਾਲ ਸੁਣੇ ਜਾਣਗੇ। मैं 3-4 सवाल करने जवाब आप ही ले लियो, जवाब धर के चले जाने हैं। पहला सवाल मेरा है कि कदे आप नौजवानों को दसिए कि पंजाब कितना वड्डा सी, सिपो तो लैके कश्मीर तो लैके कंधार तो लैके लाहौर रोपड़ तक ये छोटा क्यों है, और पंजाब क्यों गया, किथे गया जिहड़ा हिंदुस्तान तो भी बड़ा सी। मैं पूछना चाहना पंजाब किथे है तुहानूं सारिआं नूं? इसदा जवाब इस करके नहीं आप दे सकते क्योंकि आप अपनी हिस्टरी तो ना वाकिफ हां, अपने इतिहास तो ना वाकिफ। हर बुलारे का अपना अपना अंदाज होता है। मेरे तो कोई गलती हो जाए तो माफ करना, गुरु जवाबदार है। लेकिन मैं पूछना चाहना इस तरह क्यों होया? इस करके क्योंकि हर मां चाहती सी कि भगत सिंह गुआंढियों के पैदा हो, मेरे ना पैदा हो। मैं पंजाब के हाल देखी, असी अपने गुरुओं को भुले, अपने योद्धियों को भुले, आप किते ईष्ट निरंकार महाराज को भुले। इस करके साडी हिक दे विच परछा कढिया है। मेरा दूजा सवाल, जिमीदारा को 200 किले पैली, 300 किले पैली, यूपी जाके बात किया। मेरे पिताजी 1937 उत्थे गए सी, 4000 किले पैली लई, सारे पंजाबियों ने जाकर उत्थे बसाया। मैं पूछना चाहना जब 18 किले की सीलिंग लगी सी उदों की है, उदों आवाज क्यों नहीं उठी, उस वे क्यों नहीं दिखा क्या आने वाला समा बड़ा भयानक है? इस सवाल ने अपने होंद लैके घर जाके इन्हें जरूर अपने आप नाल सलाह करे, तो आत्मा को आवाज दो। मैं कदे भी इस जिंदगी च नहीं सोचा कि मैं बाहर चले जाए, लेकिन अफसोस की गल यह है कि पंजाब की धरती पे हर आदमी का दूजा बच्चा बाहर बैठा, चल कनेडा, चल अमेरिका, चल आस्ट्रेलिया। जे आप बच्चे बाहर भेजने हैं, धीयां बाहर ही लियानी है, तब पंजाब की धरती को कौन संभालेगा? मैं पूछना चाहना मातावां नूं, जे शिक्षा आप गुरुआं की नहीं देनी, पीर पैगंबरां की नहीं देनी, योद्धियां की नहीं देनी, तो फिर पंजाब को कौन संभालेगा? मैं इतिहास की गल एक छोटी जी गल किरदार की की सी, और मैंने बड़ी खुशी हुई कि नौजवानों ने अज तक कोई याद रखी है हरी सिंह नलूए की गल। हरी सिंह नलूआ कंधार के जब तंबू से बैठा सी तो बानो नाम की एक मुटियार उन्हें मिल गई और उन्हें पूछा कि हरी सिंह जी, मैं तो एक सवाल करना चाहती हूं कि तुसी साडी धरती पर कब्जा क्यों किया? हरी सिंह नलूआ जी कहन लगे, अपनी धीआं की रक्षा करना जायज है कि नजायज है, अपने बुजुर्गों की अपने घर की रक्षा करना जायज है कि नजायज है? तो कहती जायज है। करते करते बहुत गल्लां हुईयां और बानो ने हरी सिंह नलूए ने एक गल पूछी कि मैं सुनिया एक गुरु घर है, गुरु नानक का घर है, इथों जो मंगो मिलता है सच है? हरी सिंह नलूआ कहता सच है, मंगो बीबा जी की मंगना। अल्फाज देखियो जरा, एक धी वास्ते भैन वास्ते अल्फाज, माता जी, पिता जी, बीबा जी, काका जी, ये अल्फाज खत्म करने वापस लेके बानो ने फिर कहा, सोच लो, तुसी कहा कि जो मंगोगे मिलूगा, गुरु नानक का घर है। पर मैं दोबारा पूछने लगी, उन्हें फिर पूछा, उन्होंने फिर यही जवाब दिता। अखीर च कहती है, मेरी एक मांग है कि हरी सिंह नलूआ मैंने तेरे वर्गा पुत्र चाहिए। हरी सिंह नलूआ जी ने कहा, पुत्र किहो जिहा भी होवे,
ਕਿਹੋ ਜਿਹਾ ਵੀ ਰੰਗ ਰੂਪ ਹੋਵੇ, ਸਦਕਾਣਾ ਹੋਣਾ ਚਾਹੀਦਾ, ਧਰਮੀ ਹੋਣਾ ਚਾਹੀਦਾ, ਆਪਣੇ ਘਰ ਦਾ ਰਖਵਾਲਾ ਹੋਣਾ ਚਾਹੀਦਾ। ਬਾਨੋ ਨੇ ਫੇਰ ਕਿਹਾ ਕਿ ਨਹੀਂ, ਮੈਨੂੰ ਆਪਣੀ ਕੁੱਖ ਤੋਂ ਤੇਰਾ ਪੁੱਤਰ ਚਾਹੀਦਾ। ਤੇ ਉਸ ਵੇਲੇ ਭਾਈ ਗੁਰਦਾਸ ਜੀ ਲਿਖਦੇ ਆ ਕਿ ਸ਼ਮਸ਼ੀਰ ਨੂੰ ਹੱਥ ਪਾਇਆ ਤੇ ਉਹਨਾਂ ਨੇ ਕਿਹਾ ਕਿ ਬਾਨੋ ਜੇ ਤੂੰ ਇੱਥੇ ਨਾ ਖੜੀ ਹੁੰਦੀ ਤਾਂ ਸ਼ਾਇਦ ਹੋ ਸਕਦਾ ਹੈ ਮੇਰੇ ਤੋਂ ਕੋਈ ਅਲਫਾਜ਼ ਨਿਕਲ ਜਾਂਦਾ, ਪਰ ਤੂੰ ਗੁਰੂ ਦੇ ਸਿੱਖ ਦਾ ਇਮਤਿਹਾਨ ਲੈਣ ਆਈ ਹੈ, ਇਹ ਨਹੀਂ ਹੋ ਸਕਦਾ। ਬਾਨੋ ਉੱਥੋਂ ਚਲੀ ਗਈ, ਜਾਣ ਲੱਗੇ ਨੇ ਤਾਨਾ ਮਾਰਿਆ ਕਿ ਤੁਸੀਂ ਕਿਹਾ ਸੀ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਜੋ ਮੰਗੋ ਮਿਲਦਾ ਹੈ। ਅੱਜ ਉਹ ਗੱਲ ਝੂਠੀ ਹੋ ਗਈ। ਉਸੇ ਵੇਲੇ ਹਰੀ ਸਿੰਘ ਨਲੂਆ ਨੇ ਰੋਕਿਆ, ਬੀਬਾ ਜੀ ਇੱਕ ਮਿੰਟ ਜਾਣਾ ਨਹੀਂ। 4-5 ਸਿੰਘਾਂ ਨੂੰ ਬੁਲਾਇਆ, ਉਹਨਾਂ ਨੂੰ ਕਿਹਾ ਲੋਈ ਲੈ ਕੇ ਆਓ, ਚਾਦਰ ਲੈ ਕੇ ਆਓ। ਹਰੀ ਸਿੰਘ ਨਲੂਆ ਨੇ ਬਾਨੋ ਦੇ ਸਿਰ ਤੇ ਦੇਤੀ ਔਰ ਉਸ ਤੋਂ ਬਾਅਦ ਪੈਰਾਂ 'ਚ ਮੱਥਾ ਟੇਕਦਾ ਤੇ ਕਹਿੰਦਾ, ਆ ਸੁਣਿਓ ਧਿਆਨ ਨਾਲ ਆਪਣੇ ਕਿਰਦਾਰ ਕਿਸੇ ਨੂੰ, ਕਹਿੰਦਾ ਬਾਨੋ ਤੈਨੂੰ ਹਰੀ ਸਿੰਘ ਨਲੂਆ ਵਰਗਾ ਪੁੱਤਰ ਚਾਹੀਦਾ ਸੀ, ਜਾ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਹੋਈ ਤੇ ਹਰੀ ਸਿੰਘ ਨਲੂਆ ਤੇਰਾ ਪੁੱਤਰ ਹੋਇਆ। ਮੈਨੂੰ ਖੁਸ਼ੀ ਹੈ ਕਿ ਸਾਡੇ ਐਸੇ ਜਰਨੈਲ ਹੋਏ, ਕਿਉਂਕਿ ਮੈਂ ਗੁਰੂਆਂ, ਪੀਰਾਂ, ਜਰਨੈਲਾਂ, ਯੋਧਿਆਂ ਦੀ ਗੱਲਾਂ ਕਰਨੀਆਂ, ਹੋਰ ਮੈਨੂੰ ਕੋਈ ਹੁਕਮ ਨਹੀਂ। ਜਨਰਲ ਜ਼ੋਰਾਵਰ ਸਿੰਘ ਹੋਇਆ, ਅੱਜ ਵੀ ਤਿੱਬਤ ਦੇ ਵਿੱਚ ਉਹਦੀ ਸਮਾਧ ਬਣੀ ਹੋਈ ਹੈ। ਜਿੱਥੇ ਮਾਂ ਜਾਂਦੀ ਹੈ ਜਿਹਦੇ ਗਰਭ 'ਚ ਬੱਚਾ ਹੋਣ ਵਾਲਾ ਹੈ, ਉੱਥੇ ਅਰਦਾਸ ਕਰਦੀ ਹੈ ਕਿ ਗੁਰੂ ਮਹਾਰਾਜ ਮੈਂ ਵਰ ਮੰਗਣ ਆਈ ਹਾਂ ਕਿ ਜੇ ਮੇਰੇ ਘਰ 'ਚ ਪੁੱਤਰ ਹੋਵੇ ਤਾਂ ਜਨਰਲ ਜ਼ੋਰਾਵਰ ਸਿੰਘ ਵਰਗਾ ਹੋਵੇ, ਐਸਾ ਸ਼ੇਰ ਪੈਦਾ। ਅੱਜ ਵੀ ਇੱਥੇ ਮੰਗਦੀ ਹੈ। ਆਪਾਂ ਉਹ ਕੌਮ ਲੇਕਿਨ ਆਪਣੇ ਸਿੱਟੇ, ਆਪਾਂ ਆਪਣੇ ਕਿਰਦਾਰ ਬੜੇ ਖਰਾਬ ਕਰ ਰਹੇ ਸੀ, ਲੇਕਿਨ ਅੱਜ ਇਸ ਪੰਜਾਬ ਦੀ ਧਰਤੀ ਤੇ ਮੈਂ ਇੱਕ ਥਾਪੜ ਕੇ ਕਹਿ ਸਕਦਾ, ਮੈਨੂੰ ਨਾਜ਼ ਹੈ, ਮੈਨੂੰ ਖੁਸ਼ੀ ਹੈ। ਮਾਤਾਓ ਤੁਹਾਡੇ ਚਰਨਾਂ 'ਚ ਪ੍ਰਣਾਮ, ਤੁਹਾਡੇ ਸਾਰਿਆਂ ਦੇ ਚਰਨਾਂ ਦੀ ਧੂੜ ਬਣਾ ਮੈਂ ਕਿ ਅੱਜ ਪੰਜਾਬ ਦੀ ਧਰਤੀ ਦੇ ਵਿੱਚ ਐਸਾ ਸਿੱਖਾ ਖੜਾ ਹੈ ਜਿਹਨੂੰ ਮੋਦੀ ਦਾ ਕੀ ਦੁਨੀਆ ਦਾ ਕੋਈ ਬੰਦਾ ਅੱਖ ਪੱਟ ਕੇ ਨਹੀਂ ਦੇਖ ਸਕਦਾ। ਮੈਂ ਹਰ ਸਟੇਜ ਤੇ ਗੱਲ ਕਹੀ ਹੈ, ਬਿੱਲ ਪਾਸ ਕਰ ਲਿਆ ਜੇ, ਆ ਜਾਓ ਜੇ, ਜਿਹੜਾ ਸਾਡੀ ਜ਼ਮੀਨ ਤੇ ਪੈਰ ਪਾ ਕੇ ਦੱਸੇ ਤਾਂ ਦੱਸਾਂ ਕਿ ਅਸੀਂ ਕਿਹੜੀ ਮਾਂ ਦੀ ਕੁੱਖ ਤੇ ਇਹ ਮੇਰੀ ਵਿਚਾਰਧਾਰਾ, ਲੇਕਿਨ ਗੁਰੂ ਸਾਹਿਬ ਨੇ ਕੀ ਕਿਹਾ, ਕਿਉਂਕਿ ਮੈਂ ਗੁਰੂ ਦਾ ਪੁੱਤਰ ਹਾਂ, ਗੁਰੂ ਦੀ ਗੱਲ ਕਰਦਾ। ਉਦੋਂ ਤੱਕ ਗੱਲ ਚੱਲ ਸਕਦੀ ਹੈ ਸ਼ਾਂਤੀ ਸਤਿਪੂਰਨ, ਸਿਰ ਲਾ ਦਿਓ। ਅਸੀਂ ਉਹ ਵਕਤ ਵੀ ਦੇਖਿਆ ਜਦ ਮਾਵਾਂ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕਟਵਾ ਕੇ ਹਾਰ ਬਣਾ ਕੇ ਆਪਣੇ ਗਲਾਂ 'ਚ ਪਾਇਆ। ਆਪਾਂ ਉਹ ਵਕਤ ਵੀ ਦੇਖਿਆ ਤੇ ਸੁਣਿਆ ਜਦ ਸ਼ਹੀਦਾਂ ਨੇ ਆਪਣੇ ਗਲਾਂ ਦੇ ਹਾਰ ਪਵਾ ਕੇ ਆਪਣੇ ਗਲ ਕਟਾ ਕੇ ਬੇਗਾਂ ਵਿੱਚ ਉੱਪੜ ਗਏ। ਸਾਡੇ ਗੁਰੂ ਤੱਤੀ ਤਵੀ ਤੇ ਬੈਠ ਕੇ ਅਸੀਂ ਉਹ ਵਕਤ ਵੀ ਦੇਖਿਆ, ਉਦੋਂ ਵੀ ਸ਼ਾਂਤੀ ਸੰਪੂਰਨ ਲਿਆ। ਲੇਕਿਨ ਜਦ ਗੁਰੂ ਤੇਗ ਬਹਾਦਰ ਜੀ ਦਾ ਸਿਰ ਸੀਸ ਲੱਥਾ ਹੈ ਕਿ ਉਹ 9 ਸਾਲ ਦੇ ਪੁੱਤਰ ਦੀ ਗੋਦ 'ਚ ਪਿਆ ਸੀ, ਉਦੋਂ ਸ਼ਾਂਤੀ ਵਾਲੀ ਗੱਲ ਨਹੀਂ ਹੋਈ ਤੇ ਗੁਰੂ ਸਾਹਿਬ ਨੇ ਕਿਹਾ ਹੁਣ ਸ਼ਮਸ਼ੀਰ ਨਾਲ ਗੱਲ ਹੋਊਗੀ, ਕਿਉਂਕਿ ਹੱਦ ਕੱਲ ਤੋਂ ਬਾਹਰ ਟੱਪ ਗਈ। ਮੈਂ ਦਿੱਲੀ ਦਰਬਾਰ ਨੂੰ ਕਹਿ ਦੇਣਾ ਚਾਹੁੰਦਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਤਖਤ ਤਾਜ ਦੇ ਮਾਲਕ ਮੋਦੀ ਸਾਹਿਬ, ਕਿਉਂਕਿ ਪ੍ਰਧਾਨ ਮੰਤਰੀ ਹੈ, ਉਹਨੂੰ ਇੱਜ਼ਤ ਦੇਣਾ ਸਾਡਾ ਫਰਜ਼ ਬਣਦਾ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ, ਤੁਸੀਂ ਗਲਤ ਕਲਾਮ ਵਿੱਚ ਹੱਥ ਪਾ ਲਿਆ, ਤੁਹਾਨੂੰ ਪੰਜਾਬ ਦੀ ਹਿਸਟਰੀ ਨਹੀਂ ਪੜ੍ਹੀ, ਤੁਹਾਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ। ਅਜੇ ਵੀ ਮੌਕਾ ਮਾਫੀ ਮੰਗ ਕੇ ਸਾਡੇ ਜਿਹੜੇ ਆਗੂ ਨੇ, ਜਥੇਦਾਰ ਸਾਡੇ, ਮੈਂ ਇਹਨਾਂ ਦਾ ਚਰਨਾਂ ਸਲਾਮ ਕਰਦਾ, ਇਹਨਾਂ ਨੂੰ ਚੁੱਪ ਕਰਕੇ ਬਿੱਲ ਫੜਾ ਦਿਓ, ਪਾੜ ਕੇ ਸਿੱਟ ਦਿਓ ਕਿ ਜੇ ਤੁਹਾਨੂੰ ਮਨਜ਼ੂਰ ਨਹੀਂ ਅਸੀਂ ਬਿੱਲ ਤੁਹਾਨੂੰ ਵਾਪਸ ਦਿੱਤੇ, ਨਹੀਂ ਤਾਂ ਯਾਦ ਰੱਖਿਓ ਜੇ ਤੁਹਾਡੀਆਂ ਕਬਰਾਂ ਤੇ ਕਿਸੇ ਨੇ ਥੱਕਣ ਵੀ ਨਹੀਂ ਹੋਣਾ। ਔਰੰਗਾਬਾਦ ਦੇ ਵਿੱਚ ਔਰੰਗਜ਼ੇਬ ਦੀ ਕਬਰ ਬਣੀ ਹੋਈ ਹੈ, ਮੈਂ ਵੀ ਉੱਥੇ ਗਿਆ। ਮੈਂ ਜਦ ਸ਼ਾਮ ਨੂੰ ਉੱਥੇ ਵਾਪਸ ਆਉਣ ਲੱਗਿਆ ਤਾਂ 3-4 ਮੰਗਤੇ ਕਹਿੰਦੇ ਬਾਬਾ 2 ਰੁਪਏ ਦੇਣਾ, 1 ਰੁਪਇਆ ਦੇਣਾ। ਮੈਂ ਕੀ ਕਰਨੇ ਹੈ?
कहते तेल चाहिए बाजारों खरीद के लियावांगे दीवे बालन औरंगजेब की तरह। मैं उस वेले सोचा मैं देख औरंगजेब जिस गुरु घर तू तसीहत दिते सिखर तसीहत दिते पंजाब की धरती में तू मटिया मेल करने की कोशिश की। अज उत्थे सारी दुनिया चुक चुक के अरदासा कर दिए सलाम कर दिए निरंकार का सीधा पाठ पढ़ाया जाता तो तू मैं तेरी कबर से दीवा बालन वास्ते भी मंगते तेरे पुत्रिया जलाते हैं। इस तो लानत वाली जिंदगी की हो सकती है कि तख्तो ताज का मालिक होवे हिंदुस्तान के सरहद का मालिक होवे कि उसकी कबर से दिया जलाने वास्ते मंग के जो मंगते ने दीवा बालन। जे पंजाब की धरती के हक वापस ना किए जे साडे पंजाब के एक लहू डुलिया हुआ अदा ना किया साडे जो किसान शहीद हो गए साडियां धीआं साडियां भैणां उन्होंने सिरों की सदके थोड़ा हाल भी वही होगा जो औरंगजेब का होया। मेरा काम इस देश की धरती के लोगों को जगाना जोश पैदा करना होश जथेबंदियां करना। मैं जथेबंदियां अपने बुजुर्ग समझदा बड़ वडेरे समझदा। यही कारण सी कि मैं जैसी नहीं डलियाल साहब ने तो पहला बोलणगे उस सत्कार योग ने मैं उन्होंने चलना दी। यह मन के चलना जथेबंदियां नाल लेके चलना। मैं नौजवानों को कहना और अपने बड़े ने वो 4 दहाके तो साडे नहीं लड़ते आ रहे हैं किसानों नहीं लड़ते आ रहे हैं आप नाल तुरना है। क्योंकि जब जवान पुत्र मोटे ते आ जाए ना तो फिर बापू का सीना चौड़ा हो जाता है और कहता हुण मेरा पुत्र जवान हो गया और किथे। जथेबंदियां अपने जवानों की पुत्रों की लोड़ आ पंजाब के पुत्रों। मैनू कई बार लोग कह देंगे कहते बड़ा चौड़ा छाती होकर तुरता है की गल है। मैं कहा पहले मैं थोड़ा कुब्बा सी मेरी जवान पुत्र छोटे छोटे से अज मेरे पंजाब के पुत्र मैं तो भी लठा अगे हो गए हैं ते वो प्यो क्यों ना तौर नतरे जिदी जवानी बबर शेरा में। तो मैं बोलने तो बहुत गल्लां हो सकती बहुत कुछ कह सकता बहुत कुछ कर सकता लेकिन मैं निमाणा जा छोटा जा डल्लेवाल साहब मैं थोड़े पैरों की धूड़ एक नौकर हाँ एक बुलाना गुरु घर का कुकर कुत्ता पटा मेरे पाया गल च मैं होका दिंदा फिरदा। जागते रहो ठग ते चोर तुरे फिरदे देखियो कि थोड़ी जगीर लै ना जान थोड़ियां किते इज्जत ना लै जान थोड़ियां पुट्टां ना लै जान। जागते रहो याद रखियो बुलंद आवाज च कह के चलिया चढ़दिया कला च रहना है। अंदोलन भावें 2 साल चले 3 साल चले 10 साल चले एक एक जी पंजाब तक कुर्बान हो जाऊगा लेकिन अंदोलन उदों ही वापस होगा जितन सरकार गोटे टेक के यह कहूगी कि लाओ जी थोड़े फिर असीं वापस करते। उस तो पहले कोई गल नहीं होनी। मैं जथेबंदियों को यकीन दिवाना थोड़े नाल खड़ांगे थोड़े नाल मरांगे जो थोड़ा हुक्म होगा वह मनांगे क्योंकि मैं संपूर्ण तौर पर यकीन है कि दुनिया टिक सकती है पर साडे पंजाब के आगू हिंदुस्तान के आगू नहीं टिक सकते। जिहड़ी मर्जी दौलत इन्हां दे चरणों च बछा दोगे साडे जथेबंदियां दे आगू अपना जमीर कदे नहीं टिक सकते। इस करके यकीन रखियो भैणों ते भराओ माता वालों मेरी बेनती है घर दे विच अपने अपने ईष्ट के हिसाब नाल ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।